Very good morning to my dear students of BA second year and BA B.Ed second years. Hope you all are well. ਸੋ ਬੇਟਾ ਆਪਾਂ ਪਿਛਲੇ ਚੈਪਟਰ 'ਚ ਕੀਤਾ ਸੀਗਾ ਫੈਡਰਲਿਜ਼ਮ, ਠੀਕ ਹੈ, ਜਿਹਨੂੰ ਤੁਸੀਂ ਪੰਜਾਬੀ ਦੇ ਵਿੱਚ ਸੰਘਵਾਦ ਕਹਿੰਦੇ ਹੋ। ਅਤੇ ਹੁਣ ਆਪਾਂ ਜਿਹੜਾ ਹੈਗਾ ਆਪਾਂ ਕਰਾਂਗੇ ਸੈਂਟਰ ਸਟੇਟ ਰਿਲੇਸ਼ਨਸ਼ਿਪ, ਠੀਕ ਹੈ, ਕਿ ਕੇਂਦਰ ਅਤੇ ਰਾਜਾਂ ਦੇ ਵਿਚਕਾਰ ਸੰਬੰਧ ਕਿਹੋ ਜਿਹੇ ਨੇ। ਠੀਕ ਹੈ, ਹੁਣ ਕੇਂਦਰ ਦੇ ਵਿੱਚ ਕਿਹਦੀ ਸਰਕਾਰ ਹੈ? BJP ਦੀ। ਰਾਜਾਂ ਦੇ ਵਿੱਚ ਸਰਕਾਰ ਦੈਟ ਇਜ਼ ਦਾ ਡਿਫਰੈਂਟ ਜਿਵੇਂ ਮੈਂ ਪੰਜਾਬ ਤੋਂ ਆ ਤਾਂ ਪੰਜਾਬ ਦੇ ਵਿੱਚ ਕਿਹੜੀ ਸਰਕਾਰ ਹੈਗੀ? ਕਾਂਗਰਸ ਦੀ ਸਰਕਾਰ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ। ਠੀਕ ਹੈ, ਸੋ ਅਸੀਂ ਕੇਂਦਰ ਦੇ ਵਿੱਚ ਅਤੇ ਰਾਜਾਂ ਦੇ ਵਿਚਕਾਰ ਕਿਹੜੇ ਰਿਲੇਸ਼ਨਸ਼ਿਪ ਹੈ ਉਹਨਾਂ ਦੀ ਗੱਲ ਆਪਾਂ ਇਸ ਦੇ ਵਿੱਚ ਕਰਾਂਗੇ। ਠੀਕ ਹੈ, ਸੋ ਲੈਟ ਸਟਾਰਟ ਫਰੋਮ ਦੀ ਇੰਟਰੋਡਕਸ਼ਨ ਦੈਟ ਅਸੀਂ ਭਲੀ ਭਾਂਤੀ ਜਾਣਦੇ ਹਾਂ ਕਿ ਸੰਘਾਤਮਕ ਸ਼ਾਸਨ ਪ੍ਰਣਾਲੀ ਦੇ ਵਿੱਚ ਦੋਹਰਾ ਰਾਜ ਪ੍ਰਬੰਧ ਚਲਾਉਂਦਾ ਹੈ। means that there is a dual political system in the federal form of government। ਜੀ dual political system ਦੀਆਂ ਦੋਹਰਾ ਸ਼ਾਸਨ ਪ੍ਰਬੰਧ ਕਿਸ ਨੂੰ ਕਹਿੰਦੇ ਨੇ ਬੇਟਾ? ਜਿਸ ਦੇ ਵਿੱਚ ਦੋ ਕਿਸਮ ਦੀਆਂ ਸਰਕਾਰਾਂ ਹੁੰਦੀਆਂ ਨੇ, ਪਹਿਲੀ ਰਾਜ ਸਰਕਾਰ ਅਤੇ ਦੂਸਰੀ ਕੇਂਦਰ ਸਰਕਾਰ। ਤਾਂ ਇਹਨਾਂ ਦੋਨਾਂ ਦੇ ਵਿੱਚ ਆਪਸ ਦੇ ਵਿੱਚ ਕੁਆਇਟ ਆਬਵੀਅਸ ਜ਼ਰੂਰ ਸੰਬੰਧ ਵੀ ਹੁੰਦੇ ਹੋਣਗੇ, ਤਾਂ ਉਹਨਾਂ ਸੰਬੰਧਾਂ ਦੀ ਚਰਚਾ ਜਿਹੜੀ ਹੈਗੀ ਆਪਾਂ ਅੱਜ ਕਰਨੀ ਹੈ। ਠੀਕ ਹੈ, ਸੋ ਕੇਂਦਰ ਅਤੇ ਰਾਜਾਂ ਦੇ ਵਿਚਕਾਰ ਬੱਚੇ ਤਿੰਨ ਤਰ੍ਹਾਂ ਦੇ ਸੰਬੰਧ ਜਿਹੜੇ ਹੈਗੇ ਨੇ ਉਹਨੂੰ ਤਿੰਨ ਕੈਟਾਗਰੀਜ਼ ਦੇ ਵਿੱਚ ਡਿਵਾਈਡ ਕੀਤਾ ਗਿਆ ਹੈ। ਵਨ ਇਜ਼ legislative, other is the administration relationship and the third one is the financial relationship। ਵਿਧਾਨਿਕ ਸੰਬੰਧ, ਪ੍ਰਸ਼ਾਸਨਿਕ ਸੰਬੰਧ ਅਤੇ ਵਿੱਤੀ ਸੰਬੰਧ। ਠੀਕ ਹੈ, ਸੋ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਦੇ ਹਾਂ ਲੈਜਿਸਲੇਟਿਵ ਰਿਲੇਸ਼ਨਸ਼ਿਪ। ਲੈਜਿਸਲੇਟਿਵ ਰਿਲੇਸ਼ਨਸ਼ਿਪ ਦੇ ਵਿੱਚ ਆਪਾਂ ਕਹਾਂਗੇ ਕਿ ਆਪਣੇ ਅੰਦਰ ਆਉਂਦੇ ਹੋਏ ਫੈਡਰਲ ਫਾਰਮ ਆਫ ਸਿਸਟਮ ਦੇ ਵਿੱਚ ਜਿਹੜੀ ਆਪਣਾ ਕੌਨਸਟੀਟਿਊਸ਼ਨ ਹੈ ਉਸ ਨੇ ਰਾਜਾਂ ਅਤੇ ਕੇਂਦਰਾਂ ਦੇ ਵਿਚਕਾਰ ਕਾਨੂੰਨ ਬਣਾਉਣ ਦੇ ਸੰਬੰਧ ਦੇ ਵਿੱਚ ਤਿੰਨ ਕੈਟਾਗਰੀਜ਼ ਬਣਾਈਆਂ ਨੇ, ਤਿੰਨ ਲਿਸਟਾਂ ਬਣਾਈਆਂ ਨੇ, ਜਿਹਦੇ ਬਾਰੇ ਆਪਾਂ ਪਹਿਲਾਂ ਵੀ ਪੜ੍ਹਿਆ ਸੀ। ਕਿਹੜੀ? ਯੂਨੀਅਨ ਲਿਸਟ, ਸਟੇਟ ਲਿਸਟ ਐਂਡ ਦੀ ਕਨਕਰੈਂਟ ਲਿਸਟ। ਯੂਨੀਅਨ ਲਿਸਟ ਜਿਹੜੀ ਹੈਗੀ ਆ ਮੌਲਿਕ ਸੰਵਿਧਾਨ ਦੇ ਅਨੁਸਾਰ ਸੰਘੀ ਸੂਚੀ ਦੇ ਵਿੱਚ 97 ਵਿਸ਼ੇ ਰੱਖੇ ਗਏ ਹਨ, ਪਰੰਤੂ 42ਵੀਂ ਸੋਧ ਦੇ ਅਧੀਨ ਰਾਜ ਸੂਚੀ ਵਿੱਚੋਂ ਇੱਕ ਵਿਸ਼ਾ ਕੱਢ ਕੇ ਸੰਘੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਸੀ, ਜਿਸ ਦੇ ਨਤੀਜੇ ਵਜੋਂ ਇਹਨਾਂ ਵਿਸ਼ਿਆਂ ਦੀ ਗਿਣਤੀ 98 ਹੋ ਗਈ। ਸੰਘੀ ਸੂਚੀ ਵਿੱਚ ਉਹ ਵਿਸ਼ੇ ਆਉਂਦੇ ਨੇ ਜਿਨ੍ਹਾਂ ਦੇ ਉੱਤੇ ਕਾਨੂੰਨ ਬਣਾਉਣ ਦਾ ਹੱਕ ਸਿਰਫ ਔਰ ਸਿਰਫ ਸੰਘ ਨੂੰ ਹੈ, ਯਾਨੀ ਕਿ ਸੈਂਟਰ ਕੋਲ। ਠੀਕ ਹੈ, ਜਿਨ੍ਹਾਂ ਦੇ ਉੱਪਰ ਕਾਨੂੰਨ ਕੌਣ ਬਣਾ ਸਕਦਾ ਹੈ? ਸੈਂਟਰ ਬਣਾ ਸਕਦੀ ਹੈ। ਠੀਕ ਹੈ, ਇਹਦੇ ਵਿੱਚ ਤੁਸੀਂ ਇਹ ਲਿਖਣਾ ਹੈਗਾ ਕਿ ਇਹ ਸੰਘੀ ਸੂਚੀ ਦੇ ਵਿੱਚ ਉਹ ਵਿਸ਼ੇ ਆਉਂਦੇ ਹਨ ਜਿਨ੍ਹਾਂ ਦੇ ਉੱਤੇ ਕਾਨੂੰਨ ਜਿਹੜਾ ਹੈਗਾ ਓਨਲੀ ਕੌਣ ਬਣਾ ਸਕਦਾ ਹੈ? ਸੈਂਟਰ ਬਣਾ ਸਕਦੀ ਹੈ, ਜਿਸ ਦੇ ਵਿੱਚ ਜਿਹੜੇ ਹੈਗੇ ਨੇ ਹੁਣ 98 ਵਿਸ਼ੇਜ਼ ਨੇ। ਕਿਹੜੇ ਵਿਸ਼ੇ ਨੇ? ਉਹਨਾਂ ਦੇ ਵਿੱਚੋਂ ਕੋਈ ਵੀ ਤੁਸੀਂ 2 ਜਾਂ 4 ਐਗਜ਼ਾਮਪਲਸ ਤੁਸੀਂ ਦੇ ਦੇਣੇ ਆ। ਠੀਕ ਹੈ, ਲਾਈਕ ਵਿਦੇਸ਼ੀ ਸੰਬੰਧ ਹੋ ਗਏ, ਕਮਿਊਨੀਕੇਟਿਵ ਟੈਲੀਫੋਨ ਹੋ ਗਏ, ਵਿਦੇਸ਼ੀ ਵਪਾਰ ਹੋ ਗਿਆ, ਯੁੱਧ ਅਤੇ ਸ਼ਾਂਤੀ ਹੋ ਗਿਆ। ਸੋ ਦੀਜ਼ ਆਰ ਦੀ ਜਿਹੜੇ ਐਕਸੈਕਟਰਾ ਜਿਹੜੇ ਆਹ ਵਾਲੇ ਵਿਸ਼ੇ ਨੇ ਇਹ ਸੰਘੀ ਸੂਚੀ ਦੇ ਵਿੱਚ ਆਉਂਦੇ ਨੇ। ਠੀਕ ਹੈ, ਉਸ ਤੋਂ ਬਾਅਦ ਆਉਂਦੀ ਹੈ ਬੇਟਾ ਸਟੇਟ ਲਿਸਟ। ਸਟੇਟ ਲਿਸਟ ਕਿਹੜੀ ਹੁੰਦੀ ਹੈ? ਮੌਲਿਕ ਸੰਵਿਧਾਨ ਦੇ ਅਧੀਨ ਰਾਜ ਸੂਚੀ ਵਿੱਚ 66 ਵਿਸ਼ੇ ਰੱਖੇ ਗਏ ਸਨ, ਪਰੰਤੂ ਹੁਣ ਕਿੰਨੇ ਹੋ ਗਏ? 62 ਹੋ ਗਏ ਨੇ। ਠੀਕ ਹੈ, ਇਹਦੇ ਵਿੱਚ ਕਿਹੜੇ ਆਉਂਦੇ ਨੇ? ਸੜਕ, ਪੁਲ, ਖੇਤੀਬਾੜੀ, ਸਿੰਚਾਈ, ਜਲ ਦਾ ਪ੍ਰਬੰਧ, ਸਥਾਨਕ ਪ੍ਰਸ਼ਾਸਨ, ਜਲ ਸਪਲਾਈ। ਸੋ ਇਹ ਸਾਰੇ ਵਿਸ਼ੇ ਜਿਹੜੇ ਹੈਗੇ ਨੇ ਇਹਨਾਂ ਦੇ ਉੱਤੇ ਕਾਨੂੰਨ ਬਣਾਉਣ ਦਾ ਹੱਕ ਕਿਹਨਾਂ ਕੋਲ ਹੈ? ਸਿਰਫ ਸਟੇਟ ਕੋਲ ਹੈ। ਠੀਕ ਹੈ, ਸੈਂਟਰ ਕੈਨ ਆਲਸੋ ਇੰਟਰਫੇਅਰ ਇਨ ਦਾ ਸਟੇਟ ਲਿਸਟ, ਬਟ ਇੱਕ ਵਾਰੀ ਕੀ ਹੈ ਕਿ ਇਹ ਜਿਹੜੇ ਵਿਸ਼ੇ ਨੇ ਇਹ ਡਿਵਾਈਡ ਕੀਤੇ ਗਏ ਨੇ ਅਕੋਰਡਿੰਗ ਟੂ ਦੀ ਕੌਨਸਟੀਟਿਊਸ਼ਨ ਆਲਸੋ। ਠੀਕ ਹੈ, ਅਗਲਾ ਆ ਜਾਂਦਾ ਬੇਟਾ ਹੈ ਕਨਕਰੈਂਟ ਲਿਸਟ। ਕਨਕਰੈਂਟ ਲਿਸਟ ਉਹ ਲਿਸਟ ਹੈ ਜਿਨ੍ਹਾਂ ਦੇ ਉੱਤੇ ਕਾਨੂੰਨ ਬਣਾਉਣ ਦਾ ਹੱਕ ਦੋਨਾਂ ਕੋਲ ਹੈ, ਸਟੇਟ ਵੀ ਬਣਾ ਸਕਦੀ ਹੈ ਅਤੇ ਸੈਂਟਰ ਵੀ ਬਣਾ ਸਕਦੀ ਹੈ। ਇਹਦੇ ਵਿੱਚ 52 ਵਿਸ਼ੇ ਨੇ। ਇਹਦੇ ਵਿੱਚ ਕੀ ਹੈ? ਵਿਆਹ, ਤਲਾਕ, ਨਿਵਾਰਕ ਨਜ਼ਰਬੰਦੀ। ਨਿਵਾਰਕ ਨਜ਼ਰਬੰਦੀ ਬੇਟਾ ਕਈ ਵਾਰ 2 ਮਾਰਕਸ ਦੇ ਵਿੱਚ ਆ ਜਾਂਦਾ ਕਿ ਵਾਟ ਡੂ ਯੂ ਮੀਨ ਬਾਈ ਦੀ ਨਿਵਾਰਕ ਨਜ਼ਰਬੰਦੀ, ਜਿਸ ਨੂੰ ਤੁਸੀਂ ਕੀ ਕਹਿੰਦੇ ਹੋ ਇੰਗਲਿਸ਼ ਦੇ ਵਿੱਚ? ਪ੍ਰੀਵੈਂਸ਼ਨ ਡਿਟੈਂਸ਼ਨ ਕਹਿੰਦੇ ਹੋ। ਠੀਕ ਹੈ, ਨਿਵਾਰਕ ਨਜ਼ਰਬੰਦੀ ਕੀ ਹੁੰਦੀ ਹੈ ਕਿ ਸ਼ੱਕ ਦੇ ਆਧਾਰ 'ਤੇ ਕਿਸੇ ਵੀ ਵਿਅਕਤੀ ਨੂੰ ਗ੍ਰਿਫਤਾਰ ਕਰਨਾ ਨਿਵਾਰਕ ਨਜ਼ਰਬੰਦੀ ਕਹਾਉਂਦਾ ਹੈ। ਠੀਕ ਹੈ, ਉਸ ਤੋਂ ਬਾਅਦ ਹੈ ਕਿ ਸੰਸਦ ਦੁਆਰਾ ਰਾਜ ਸੂਚੀ ਵਿੱਚ ਸ਼ਾਮਿਲ ਵਿਸ਼ਿਆਂ ਦੇ ਸੰਬੰਧ ਵਿੱਚ ਕਾਨੂੰਨ ਬਣਾਉਣ ਦਾ ਅਧਿਕਾਰ ਰਾਜ ਸਭਾ ਦੇ ਪ੍ਰਸਤਾਵ ਦੇ ਆਧਾਰ 'ਤੇ। ਹੁਣ ਕਿਹੜੀਆਂ ਸਿਚੁਏਸ਼ਨਸ ਨੇ ਜਿਨ੍ਹਾਂ ਦੇ ਵਿੱਚ ਸੈਂਟਰ ਜਿਹੜੀ ਹੈਗੀ ਆ ਉਹ ਸਟੇਟ ਦੇ ਜਿਹੜੇ ਵਿਸ਼ੇ ਨੇ ਉਹਨਾਂ ਦੇ ਉੱਤੇ ਕਾਨੂੰਨ ਬਣਾ ਸਕਦਾ ਹੈ? ਨੰਬਰ 1, ਇੱਕ ਸਟੇਟ ਜਿਹੜੀ ਹੈਗੀ ਆ ਰਾਜ ਸਭਾ ਖੁਦ ਪ੍ਰਸਤਾਵ ਰੱਖੇ ਕਿ ਤੁਸੀਂ ਸਾਡੇ ਵਿਸ਼ੇ ਦੇ ਉੱਤੇ ਕਾਨੂੰਨ ਬਣਾਓ। ਦੂਸਰਾ, 2 ਜਾਂ 2 ਵੱਧ ਰਾਜਾਂ ਦੇ ਵਿਧਾਨ ਮੰਡਲਾਂ ਦੀ ਪ੍ਰਾਰਥਨਾ ਪੱਤਰ 'ਤੇ। ਕੁਝ ਬਿੱਲਾਂ 'ਤੇ ਰਾਸ਼ਟਰਪਤੀ ਦੀ ਖੇਤਰੀ ਪ੍ਰਵਾਨਗੀ ਜ਼ਰੂਰੀ ਹੈ, ਕੁਝ ਬਿੱਲਾਂ ਦੇ ਪਾਸ ਹੋਣ ਤੋਂ ਪਿੱਛੋਂ ਰਾਸ਼ਟਰਪਤੀ ਦੀ ਪ੍ਰਵਾਨਗੀ ਜ਼ਰੂਰੀ ਹੈ। ਸੋ ਦੀਜ਼ ਆਰ ਦੀ ਸਿਚੁਏਸ਼ਨ। ਬਾਕੀ ਤੁਸੀਂ ਇਹ ਨਹੀਂ ਕਰਨੀਆਂ। ਠੀਕ ਹੈ, ਸਿਰਫ ਔਰ ਸਿਰਫ ਤੁਸੀਂ ਇੱਥੇ ਤੱਕ ਹੀ ਕਰਨਾ। ਠੀਕ ਹੈ, ਲਿਖਣਾ ਤੁਸੀਂ ਇੱਥੇ ਤੱਕ ਕਿ ਅੱਜ ਤੁਹਾਡੀ ਨੌਲੇਜ ਲਈ ਹੈ।
उस तो बाद आते हैं बेटा एडमिनिस्ट्रेशन रिलेशनशिप। ठीक है, ये नहीं करने तुसीं। एडमिनिस्ट्रेशन रिलेशनशिप के विच तुहाडा आंदा है कि संविधान अनुसार व्यवस्था की गई है कि जो विषय संघी संसद के अधीन आते हैं उन्हां उत्ते केंद्र राज्यपालिका का कार्यपालिका का नियंत्रण होएगा और राज्य विधान मंडल के कंट्रोल हेठले विषयों उत्ते राज कार्यपालिका का नियंत्रण होएगा। ठीक है, इस तो बाद प्रशासनिक आते हैं नंबर 1 राज्य साधकी शक्तियां के प्रयोग संबंधी राज्यों की जिम्मेदारी। स्टेट्स रिस्पॉन्सिबिलिटी अबाउट द यूज़ ऑफ एग्जीक्यूटिव पावर। धारा 256 के अधीन राज्य सरकार अपन राज्य कार्य शक्तियों का प्रयोग इस तरह करने लिए पाबंद हैं कि संघी संसद द्वारा पास किए गए कानूनों का ठीक पालन हो सके। मीनस ਜਿਹੜੇ स्टेट ने उन्होंने इंस्ट्रक्शनस दित्तियां जांदियां ने कि वो अपने कानूनों का उपयोग करते हुए या अपने कानून बनाते हुए इस चीज़ का ध्यान रखन या पावर्स नूं यूज़ करते हुए इस चीज़ का ध्यान रखन कि सेंटर द्वारा बनाए गए कोई कानून जिहड़े हैगे ने उन्हां नूं हानि ना होवे। संचार साधना की उसारी ते उन्हां दी संभाल की जिम्मेदारी। ठीक है, ये भी स्टेट कोल हैगी है। रेल मार्ग की सुरक्षा की जिम्मेदारी रिस्पॉन्सिबिलिटी ऑफ द प्रोटैक्शनस ऑफ द रेलवे। ठीक है, जिस के अधीन संघी सरकार राज्य सरकारों उन्होंने खेतर आने वाले रेल मार्गों की सुरक्षा लिए उचित निर्देश दे सकती है। राजपाल की केंद्र बिंदु नियुक्ति का प्रभाव। जोड़े राज्यपाल ने जोड़े गवर्नर ने स्टेट्स के ਵੱਖ-ਵੱਖ गवर्नर अपॉइंट किए गए हैं, दे आर अपॉइंटेड बाय द सेंटर गवर्नमेंट। ठीक है, जो सिर्फ एक एजेंट के रूप में स्टेट के काम करता है। राष्ट्रपति संकट कालीन समय केंद्र का प्रभाव। जो राष्ट्रीय संकट काल लग जाता है, एमरजेंसी लग जाती है, उस वेले सारा जोड़ा है जो कोई देश बाहरी देश जोड़ा है तुहाडे उत्ते हमला कर दिंदा है तो उदों राष्ट्रपति शासन लागू हो जाता है। संकट संवैधानिक संकट समय केंद्र का प्रभाव। बेटा अपने देश के एमरजेंसियां 3 सिचुएशन के लगती है। नंबर 1 जो तुहाडे देश के उत्ते कोई बाहरी देश आक्रमण कर दे। दूसरा जो तुहाडे देश के जोड़ा देश संविधानिक जोड़ा अकॉर्डिंग ना चले। ठीक है, तो तीसरा जो तुहाडे देश के आर्थिक मंदी आ जाए उन्होंने सिचुएशन के जोड़ा है सेंटर गवर्नमेंट जी हैगी है वो स्टेट गवर्नमेंट को ओवरटेक कर लेंदी है। ठीक है जी, उस तो बाद है अंतरराजी नदियों के पानी की वंड संबंधी झगड़िया का निपटारा। जो पानी की वंड लैके जिमें हुण अपने हरियाणा तो पंजाब के पानी का मुद्दा है SYL है ना, सतलुज यमुना लिंक। सो उस चीज़ सिचुएशन के की होंदा है स्टेट सेंटर कैन इंटरफेयर दी स्टेट मैटर्स। ठीक है, राज्यों में संघी संपत्ति की रक्षा करना। ठीक है, जो स्टेट है स्टेट के जिन्नी भी सेंटर गवर्नमेंट की प्रॉपर्टी है उसकी रक्षा करना भी स्टेट की जिम्मेदारी होंदा है। ठीक है, IAS IPS जो भी स्टेट्स IAS PCS भर्ती होंदे ने, DC रैंक के भर्ती होंदे ने, उन्हां सारिਆਂ ਦੀ नियुक्ति किहदे द्वारा की जाती है, सेंटर गवर्नमेंट द्वारा की जाती है। ठीक है, टू एस्टैबलिश द ऑल काइंड ऑफ सर्विसेज दीज ऑल आर टेकन बाय दी सेंटर गवर्नमेंट। ठीक है बेटा, ये सारे बच्चे जोड़े है ने तुहाडे एक ने रिलेशनशिप ने। ठीक है, हुण सपोज करो स्टेट है तुहाडी पंजाब स्टेट है। ठीक है, पंजाब दे विच जिन्ने भी IAS PCS भर्ती किए जाएंगे वो कौन करेगा, सेंटर गवर्नमेंट भर्ती करेगी। हुण स्टेट दे विच अगर कोई दिल्ली दे विच जिवें कि सपोज करो कि ताज महल हो गया, लाल किला हो गया, वो सेंटर की प्रॉपर्टी हैगी। ठीक है, सेंटर है, पब्लिक प्रॉपर्टी है, सेंटर दी है। सो उसकी रख रखाव की जिम्मेदारी किहदी होएगी, दिल्ली सरकार की होएगी। सो दीज आर दी रिलेशनशिप बिटवीन दी प्रशासनिक संबंध कि प्रशासन नूं किस तरह चलाउणा है। वो प्रशासनिक संबंध जोड़े है ने उन्होंने दस्या गया है कि सेंटर के स्टेट के किहड़े रिलेशनशिप वरते जाते हैं। नाउ वी आर डिस्कस अबाउट द फाइनैंशियल रिलेशनशिप, पैसे के संबंध को लेके। भारत के संविधान की धारा के 12वें भाग में शामिल 264 तो लैके 290 तक। ठीक है बेटा, ये अगर तो तुहानूं ये याद होंदे ने, आर्टिकल्स याद होंदे ने, चैप्टर्स याद होंदे ने, फिर लिखने, बट अदरवाइज नहीं लिखने, गलत हो जाता है। तक केंद्र और राज्यों के विचकार वित्तीय सौम्या की वंड की गई है। ये व्यवस्था अधीन संघी सूची में शामिल विषयों पर संघी सरकार और राज्य सूचियों में शामिल विषयों पर राज्य सरकार टैक्स लगांदियां हैं, है ना, कि जो विषय सेंटर के आउंदे ने उन्होंने उत्ते सेंटर टैक्स लगाएगी, जो स्टेट के अंडर आउंदे ने उन्होंने उत्ते स्टेट टैक्स लगाएगी। टैक्सां तो ही पैसा इकट्ठा होना ना बेटा। यही ही कारण सी कि भारत के भिन्न भिन्न राज्यों में टैक्स दीयां दर भिन्न भिन्न होइयां करदियां सन, पर जदों कोई वस्तु एक राज्य तो दूसरे राज्यों में भेजी जाती सी तो उस उत्ते वख-वख राज्यों के भिन्न भिन्न टैक्स लगाए जाते सन। वख-वख राज्यों में टैक्स दीयां दरां भिन्न होने करके वख-वख वस्तुओं दी कीमतां अलग अलग होंदियां सी, पर हुण GST करके जिहड़ा हैगा ये सारा खत्म कर दिता गया है। भारत में टैक्सां की बहुलता
ਕੰਫਲਿਕਟ ਆਫ ਦ ਟੈਕਸਿਸ ਨੂੰ ਖਤਮ ਕਰਨ ਅਤੇ ਸਮੁੱਚੇ ਦੇਸ਼ ਵਿੱਚ ਇਕਸਾਰ ਟੈਕਸ ਪ੍ਰਣਾਲੀ ਯੂਨੀਫਾਰਮ ਟੈਕਸ ਸਿਸਟਮ ਨੂੰ ਲਾਗੂ ਕਰਨ ਦੇ ਉਦੇਸ਼ ਦੇ ਵਿੱਚ ਕੀ ਲਾਗੂ ਕੀਤਾ ਗਿਆ ਸੀ? GST ਗੁੱਡਸ ਐਂਡ ਸਰਵਿਸਿਜ਼ ਟੈਕਸ ਜਿਹੜਾ ਹੈਗਾ ਉਹ ਲਾਗੂ ਕੀਤਾ ਗਿਆ ਸੀ। ठीक है बेटा, these are the financial relationship, these are the administrative relationship and these are the legislative function between the state and as well as the central government. Now we are discuss about the factor responsible for the tension between the center and state. ਇਹ ਸਾਰੇ ਰਿਲੇਸ਼ਨਸ਼ਿਪ ਦੇ ਬਾਵਜੂਦ, ਇਹਨਾਂ ਸਾਰੇ ਸੰਬੰਧਾਂ ਦੇ ਬਾਵਜੂਦ ਹਮੇਸ਼ਾ ਹੀ ਸੈਂਟਰ ਔਰ ਸਟੇਟ ਦੇ ਵਿੱਚ ਜਿਹੜੀਆਂ ਹੈਗੀਆਂ ਕੰਟਰੋਵਰਸੀ ਬਣੀ ਰਹਿੰਦੀ ਆ, ਪ੍ਰੋਬਲਮਸ ਹੁੰਦੀਆਂ ਨੇ। ਉਹਦੇ ਕੀ ਰੀਜ਼ਨ ਨੇ ਉਹ ਆਪਾਂ ਪੜਾਂਗੇ। ਨੰਬਰ 1, ਰਾਜਪਾਤਾਂ ਦਾ ਪੱਖਪਾਤੀ ਵੇਰਵਾ, ਪਾਰਟੀਜ਼ਨ ਐਟੀਟਿਊਡ ਆਫ ਦੀ ਗਵਰਨਰ। ਗਵਰਨਰਸ ਜਿਹੜੇ ਹੁੰਦੇ ਨੇ, ਜਿਹੜੇ ਸਟੇਟ ਦੇ ਵਿੱਚ ਗਵਰਨਰ ਲਗਾਏ ਜਾਂਦੇ ਨੇ, ਉਹਨਾਂ ਨੂੰ ਅਪੋਇੰਟ ਕੌਣ ਕਰਦਾ? ਸੈਂਟਰ ਗਵਰਨਮੈਂਟ ਅਪੋਇੰਟ ਕਰਦੀ ਹੈ ਅਤੇ ਸੈਂਟਰ ਗਵਰਨਮੈਂਟ ਅਲੱਗ-ਅਲੱਗ ਸਟੇਟ ਦੇ ਵਿੱਚ ਅਪੋਇੰਟ ਕਰਦੀ ਹੈ ਅਤੇ ਉਹ ਜਿਹੜਾ ਗਵਰਨਰ ਹੈ ਉਹ ਇੱਕ ਸੈਂਟਰ ਦੇ ਏਜੰਟ ਦੇ ਰੂਪ ਦੇ ਵਿੱਚ ਜਿਹੜਾ ਹੈਗਾ ਉਹ ਕੰਮ ਕਰਦਾ ਹੈ। ਸੋ ਕਈ ਵਾਰ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਦਾ ਮੇਨ ਰੀਜ਼ਨ ਜਿਹੜਾ ਹੈਗਾ ਉਹ ਗਵਰਨਰ ਬਣਦਾ ਹੈ। ਉਸ ਤੋਂ ਬਾਅਦ ਪ੍ਰਸ਼ਾਸਨਿਕ ਸੰਬੰਧਾਂ ਵਿੱਚ ਕੇਂਦਰ ਦੀ ਸ਼੍ਰੇਸ਼ਟਾ, ਸੁਪਰੀਮੇਸੀ ਆਫ ਦੀ ਸੈਂਟਰ ਇਨ ਦ ਐਡਮਿਨਿਸਟ੍ਰੇਸ਼ਨ ਰਿਲੇਸ਼ਨਸ਼ਿਪ। ਉਹ ਕਿਵੇਂ? ਕਿਉਂਕਿ ਬੇਟਾ ਸੈਂਟਰ ਦੇ ਵਿੱਚ, ਸਟੇਟ ਦੇ ਵਿੱਚ ਜਿੰਨੇ DC, ਜਿੰਨੇ IAS, ਜਿੰਨੇ PCS ਦੇ ਰੈਂਕ ਦੇ ਪਰਸਨਸ ਨੇ ਉਹ ਸਾਰੇ ਹੀ ਕੌਣ ਅਪੋਇੰਟ ਕਰਦਾ ਹੈ? ਸੈਂਟਰ ਅਪੋਇੰਟ ਕਰਦਾ ਹੈ। ਲੇਕਿਨ ਚਲਾਉਣਾ ਕਿਹਨੂੰ ਹੁੰਦਾ? ਉਹਨਾਂ ਨੇ ਸਟੇਟ ਨੂੰ ਕਰਨਾ ਹੁੰਦਾ, ਸਟੇਟ ਨੂੰ ਚਲਾਉਣਾ ਹੁੰਦਾ। ਸੋ ਇਸ ਕਰਕੇ ਇਹਨਾਂ ਦੇ ਵਿੱਚ ਜਿਹੜਾ ਹੈਗਾ ਉਹ ਪੱਖਪਾਤ ਜਿਹੜਾ ਹੈਗਾ ਉਹ ਬਣਿਆ ਰਹਿੰਦਾ ਹੈ। ਨਾਓ ਮਿਸਯੂਜ਼ ਆਫ ਆਰਟੀਕਲ 356। ਆਰਟੀਕਲ 356 ਦਾ ਦੁਰਉਪਯੋਗ। ਆਰਟੀਕਲ 356 ਕੀ ਹੈ? ਰਾਸ਼ਟਰਪਤੀ ਸੰਕਟ ਕਾਰਨ ਦਾ ਐਲਾਨ ਜਿਹੜਾ ਹੈਗਾ ਉਹ ਰਾਜ ਸਰਕਾਰ ਨੂੰ ਤੋੜ ਸਕਦਾ ਹੈ ਅਤੇ ਰਾਜ ਵਿਧਾਨ ਸਭਾ ਨੂੰ ਭੰਗ ਕਰ ਸਕਦਾ ਹੈ ਜਾਂ ਮੁਅੱਤਲ ਕਰ ਸਕਦਾ ਹੈ। ਯਾਨੀ ਕਿ ਜਦੋਂ ਆਰਟੀਕਲ 356 ਲੱਗ ਗਿਆ, ਜਦੋਂ ਸਟੇਟ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਹੋ ਗਿਆ, ਉਸ ਤੋਂ ਬਾਅਦ ਰਾਜ ਸਰਕਾਰਾਂ ਨੂੰ ਤੋੜ ਸਕਦਾ ਹੈ, ਉਹ ਰਾਜ ਵਿਧਾਨ ਸਭਾਵਾਂ ਨੂੰ ਭੰਗ ਕਰ ਸਕਦਾ ਹੈ ਅਤੇ ਮੁਅੱਤਲ ਕਰ ਸਕਦਾ ਹੈ। ਸੋ ਇਹ ਜਿਹੜਾ ਵੇਰਵਾ ਹੈ, ਇਸ ਤਰ੍ਹਾਂ ਦੀ ਜਿਹੜੀਆਂ ਟਰਮਸ ਐਂਡ ਕੰਡੀਸ਼ਨਸ ਜਿਹੜੀਆਂ ਰੱਖੀਆਂ ਗਈਆਂ ਨੇ, ਇਹ ਸਟੇਟ ਦੇ ਕਿਹਨੂੰ ਗੌਰਵ ਨੂੰ ਜਾਂ ਉਹਦੇ ਸੈਲਫ ਰਿਸਪੈਕਟ ਨੂੰ ਕਿਤੇ ਨਾ ਕਿਤੇ ਹਾਰਮ ਕਰਦੀਆਂ ਨੇ। ਸੋ ਇਹ ਜਿਹੜੇ ਰੀਜ਼ਨ, ਇਹ ਜਿਹੜਾ ਕਾਰਨ ਹੈ, ਇਹ ਮੇਨ ਕਾਰਨ ਬਣ ਜਾਂਦਾ ਹੈ ਸੈਂਟਰ ਅਤੇ ਸਟੇਟ ਦੇ ਵਿੱਚ ਜਿਹੜਾ ਹੈਗਾ ਪੱਖਪਾਤੀ ਵਿਵਹਾਰ ਜਾਂ ਕਿਸੇ ਵੀ ਤਰ੍ਹਾਂ ਦੇ ਇਹੋ ਜਿਹੇ ਸਰਕਮਸਟਾਂਸਿਸ ਪੈਦਾ ਕਰ ਜਾਂਦਾ ਹੈ ਜਿਸ ਦੇ ਵਿੱਚ ਟੈਂਸ਼ਨ ਪੈਦਾ ਹੋ ਜਾਂਦੀ ਹੈ ਸੈਂਟਰ ਅਤੇ ਸਟੇਟ ਦੇ ਵਿੱਚ। ਕੌਨਸਟੀਟਿਊਸ਼ਨਲ ਅਮੈਂਡਮੈਂਟਸ ਟੂ ਮੇਕ ਦ ਸੈਂਟਰਲ ਸਟਰੋਂਗ। ਸੰਵਿਧਾਨਿਕ ਸੋਧਾਂ ਸੰਘ ਨੂੰ ਮਜ਼ਬੂਤ ਬਣਾ ਸਕਦੀਆਂ ਨੇ। ਸੰਵਿਧਾਨ ਦੇ ਵਿੱਚ ਸੋਧ ਕਰਨ ਦਾ ਅਧਿਕਾਰ ਕਿਸ ਨੂੰ ਹੈ? ਸੈਂਟਰ ਗਵਰਨਮੈਂਟ ਕੋਲ ਹੈ। ਸੋ ਇਸ ਤਰ੍ਹਾਂ ਦੀਆਂ ਸੋਧਾਂ ਜਿਹੜੀਆਂ ਹੈਗੀਆਂ, ਇਹ ਜਿਹੜੇ ਸਪੈਸ਼ਲ ਪ੍ਰਿਵਿਲੇਜਸ ਦਿੱਤੀਆਂ ਗਈਆਂ ਨੇ, ਸਪੈਸ਼ਲ ਰਾਈਟਸ ਜਿਹੜੇ ਸੈਂਟਰ ਨੂੰ ਦਿੱਤੇ ਗਏ ਨੇ, ਇਹ ਜਿਹੜਾ ਹੈਗਾ ਮੁੱਖ ਕਾਰਨ ਬਣਦੇ ਨੇ ਸੈਂਟਰ ਅਤੇ ਸਟੇਟ ਦੇ ਰਿਲੇਸ਼ਨਸ਼ਿਪ ਦਾ। ਰਾਜ ਦੀ ਕੇਂਦਰ ਅਤੇ ਵਿੱਤ ਦੇ ਉੱਤੇ ਨਿਰਭਰਤਾ। ਫਾਈਨੈਂਸ਼ੀਅਲ ਡਿਪੈਂਡੈਂਸ ਆਫ ਸਟੇਟ ਔਨ ਦਾ ਸੈਂਟਰ। ਸਟੇਟ ਨੂੰ ਹਮੇਸ਼ਾ ਪੈਸਿਆਂ ਦੇ ਲਈ, ਵਿੱਤੀ ਲੋਨ ਦੇ ਲਈ ਜਾਂ ਕਰਜ਼ੇ ਦੇ ਲਈ ਕਿਤੇ ਉੱਤੇ ਨਿਰਭਰ ਰੱਖਣਾ ਪੈਂਦਾ ਹੈ? ਸੈਂਟਰ ਦੇ ਉੱਤੇ ਨਿਰਭਰ ਰਹਿਣਾ ਪੈਂਦਾ ਹੈ। ਠੀਕ ਹੈ। ਰਾਜ ਵਿਧਾਨ ਸਭਾ ਦੁਆਰਾ ਪਾਸ ਕੀਤੇ ਗਏ ਕਾਨੂੰਨਾਂ ਨੂੰ ਰਾਸ਼ਟਰਪਤੀ ਦੀ ਪ੍ਰਵਾਨਗੀ ਲਈ ਰਾਖਵੇਂ ਰੱਖੇ ਜਾਣ ਦੀ ਵਿਵਸਥਾ। ਕਿ ਰਾਜ ਵਿਧਾਨ ਸਭਾ ਜਿੰਨੇ ਵੀ ਕਾਨੂੰਨ ਬਣਾਉਣਗੀਆਂ ਉਹ ਜਿਹੜਾ ਹੈਗਾ ਰਾਸ਼ਟਰਪਤੀ ਦੀ ਮਨਜ਼ੂਰੀ ਦੇ ਨਾਲ ਪਾਸ ਹੋਣਗੇ। ਕਈ ਵਾਰ ਇੱਦਾਂ ਹੁੰਦਾ ਹੈ। ਠੀਕ ਹੈ। ਉਸ ਤੋਂ ਬਾਅਦ ਹੈ ਕੇਂਦਰੀਕ੍ਰਿਤ ਯੋਜਨਾਬੰਦੀ, ਸੈਂਟਰਲਾਈਜ਼ਡ ਪਲੈਨਿੰਗ। ਕਿ ਜਦੋਂ ਪਲੈਨਿੰਗ ਕੀਤੀ ਜਾਂਦੀ ਹੈ, ਜਦੋਂ ਪਲਾਨ ਬਣਾਏ ਜਾਂਦੇ ਨੇ, ਫਿਊਚਰ ਲਈ ਪਲਾਨ ਬਣਾਏ ਜਾਂਦੇ ਨੇ, ਉਹ ਸੈਂਟਰ ਨੂੰ ਮੁੱਖ ਰੱਖ ਕੇ ਬਣਾਏ ਜਾਂਦੇ ਨੇ, ਸਟੇਟ ਨੂੰ ਮੁੱਖ ਰੱਖ ਕੇ ਨਹੀਂ ਬਣਾਏ ਜਾ ਸਕਦੇ। ਵਿੱਤ ਆਯੋਗ ਕੇਂਦਰ ਦੀ ਏਜੰਸੀ, ਫਾਈਨੈਂਸ਼ੀਅਲ ਕਮਿਸ਼ਨ ਐਂਡ ਏਜੰਸੀ ਆਫ ਦ ਸੈਂਟਰ ਗਵਰਨਮੈਂਟ। ਜਿਹੜਾ ਵਿੱਤ ਆਯੋਗ ਹੈ, ਆਪਣਾ ਵਿੱਤ ਆਯੋਗ ਹੁੰਦਾ ਨਾ ਇੱਕ, ਜਿਹੜਾ ਜਿਹਨੂੰ ਤੁਸੀਂ ਫਾਈਨੈਂਸ਼ੀਅਲ ਕਮਿਸ਼ਨ ਕਹਿੰਦੇ ਹੋ, ਉਹਦੀ ਨਿਯੁਕਤੀ ਕੌਣ ਕਰਦਾ ਹੈ? ਸੈਂਟਰ 'ਤੇ ਕੰਮ ਕਰਦਾ ਹੈ। ਸੈਂਟਰ ਦੇ ਅੰਦਰ ਕੰਮ ਹੋਣ ਦੇ ਕਾਰਨ ਜਿਹੜੀ ਸਟੇਟ ਨੇ ਉਹਨਾਂ ਨੂੰ ਹਮੇਸ਼ਾ ਹੀ ਇੱਦਾਂ ਲੱਗਦਾ ਹੈ ਕਿ ਪੈਸੇ ਲਈ ਉਹਨਾਂ ਨੂੰ ਹਮੇਸ਼ਾ ਸੈਂਟਰ ਦੇ ਅੱਗੇ ਹੱਥ ਅੱਡਣੇ ਪੈਂਦੇ ਨੇ। ਵੱਖ-ਵੱਖ ਰਾਜਾਂ ਦੇ ਵਿਚਕਾਰ ਝਗੜੇ, ਜਿਵੇਂ ਕਈ ਸੀਮਾ ਵਿਵਾਦ ਹੋ ਗਿਆ, ਸਰਹੱਦਾਂ ਨੂੰ ਲੈ ਕੇ ਝਗੜੇ ਹੋ ਗਏ, ਪਾਣੀ ਨੂੰ ਲੈ ਕੇ ਝਗੜੇ ਹੋ ਗਏ। ਸੋ ਇਹ ਵੀ ਜਿਹੜੇ ਹੈਗੇ ਨੇ ਉਹਨਾਂ ਦੇ ਉੱਤੇ ਝਗੜਿਆਂ ਦਾ ਨਿਪਟਾਰਾ ਕੌਣ ਕਰੇਗੀ? ਸੈਂਟਰ ਗਵਰਨਮੈਂਟ। ਸੋ ਇਹ ਵੀ ਜਿਹੜੀਆਂ ਬਹੁਤ ਸਾਰੇ ਰੀਜ਼ਨਸ ਬਣ ਜਾਂਦੇ ਨੇ ਇਹਨਾਂ ਦੇ ਵਿੱਚ, ਸਟੇਟ ਔਰ ਸੈਂਟਰ ਦੇ ਵਿੱਚ ਟੈਂਸ਼ਨ ਦੇ। ਠੀਕ ਹੈ। ਨਵੇਂ ਰਾਜਾਂ ਦੀ ਸਥਾਪਨਾ ਅਤੇ ਰਾਜਾਂ ਦੀ ਹੱਦਾਂ ਅਤੇ ਆਦਿ ਦੇ ਵਿੱਚ ਤਬਦੀਲੀ ਕਰਨਾ। ਕੇਂਦਰ ਦੇ ਹੱਦ ਦੇ ਵਿੱਚ ਕਈ ਸਟੇਟਸ ਦੀਆਂ ਹੱਦਾਂ ਘੱਟ ਕਰ ਦੇਣੀਆਂ, ਕਈ ਸਟੇਟਸ ਦੀਆਂ ਹੱਦਾਂ ਵਧਾ ਦੇਣੀਆਂ, ਕਈ ਸਟੇਟਸ ਦੇ ਵਿੱਚ ਜਿਹੜੇ ਝਗੜੇ ਨੇ ਉਹਨਾਂ ਦਾ ਨਿਪਟਾਰਾ ਜਿਹੜਾ ਇੱਕ ਪਾਸੇ ਹੋ ਕੇ ਕਰਨਾ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ, ਇਹ ਸਾਰੇ ਜਿਹੜੇ ਰੀਜ਼ਨਸ ਨੇ, ਇਹ ਕਿਤੇ ਨਾ ਕਿਤੇ ਬੇਟਾ ਸੈਂਟਰ ਔਰ ਸਟੇਟ ਦੇ ਵਿੱਚ ਜਿਹੜਾ ਹੈਗਾ ਇੱਕ ਕਹਿ ਦਿਓ ਕਿ ਇੱਕ ਝਗੜੇ ਦਾ ਕਾਰਨ ਬਣ ਜਾਂਦੇ ਨੇ, ਇੱਕ ਮਿਸਅੰਡਰਸਟੈਂਡਿੰਗ ਜਿਹੜੀ ਹੈਗੀ ਹੈ ਉਹ ਕ੍ਰੀਏਟ ਹੋ ਜਾਂਦੀ ਹੈ। ਸੋ ਥੀਸ ਆਰ ਦੀ ਰੀਜ਼ਨਸ। ਇਹਦੇ ਵਿੱਚ ਤੁਸੀਂ ਕਰੋਗੇ ਸੈਂਟਰ ਔਰ ਸਟੇਟ ਦੇ ਵਿੱਚ ਕਿੰਨੇ ਤਰ੍ਹਾਂ ਦੇ ਰਿਲੇਸ਼ਨਸ਼ਿਪ ਹੈ, ਔਰ ਇਸ ਤੋਂ ਬਾਅਦ ਤੁਸੀਂ ਕਰੋਗੇ ਸੈਂਟਰ ਔਰ ਸਟੇਟ ਦੇ ਵਿੱਚ ਜਿਹੜਾ ਹੈਗਾ ਉਹ ਝਗੜੇ ਦੇ ਮੁੱਖ ਕਾਰਨ ਕੀ ਨੇ। ਠੀਕ ਹੈ।